ਭਾਰਤੀ ਸਿਆਸਤ ਵਿੱਚ ਇਨ੍ਹੇ ਦਿਨੀਂ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਦਾ ਮੁੱਦਾ ਛਾਇਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਨਵੀਂ ਬਣੀ ਕਾਂਗਰਸ ਸਰਕਾਰ ਵੱਲੋਂ ਇਸ ਨੂੰ ਬਹਾਲ ਕਰਨ ਦੇ ਕੀਤੇ ਐਲਾਨ ਤੇ ਪੰਜਾਬ, ਛੱਤੀਸਗੜ੍ਹ, ਰਾਜਸਥਾਨ ਤੇ ਝਾਰਖੰਡ ਦੀਆਂ ਗੈਰ ਭਾਜਪਾ ਸਰਕਾਰਾਂ ਵੱਲੋਂ ਇਸ ਦੇ ਹੱਕ ਵਿੱਚ ਲਏ ਫੈਸਲੇ ਨੇ ਇਸ ਮੁੱਦੇ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ ਤੇ ਮੰਗ ਉੱਠ ਰਹੀ ਹੈ ਕਿ ਮੋਦੀ ਸਰਕਾਰ ਕੇਂਦਰ ਦੇ ਮੁਲਾਜ਼ਮਾਂ ਲਈ ਵੀ ਇਹ ਯੋਜਨਾ ਬਹਾਲ ਕਰੇ। ਦਬਾਅ ਵਿੱਚ ਆਈ ਕੇਂਦਰ ਸਰਕਾਰ ਦੇ ਮੰਤਰੀ, ਸਲਾਹਕਾਰ ਤੇ ਕਈ ਹਾਕਮ ਮੀਡੀਆ ਦੇ ਕਾਮਨਵੈਲਥ ਪੁਰਾਣੀ ਪੈਨਸ਼ਨ ਯੋਜਨਾ ਖਿਲਾਫ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ। ਕੀ ਹੈ ਪੁਰਾਣੀ ਤੇ ਨਵੀਂ ਪੈਨਸ਼ਨ ਯੋਜਨਾ? ਪੁਰਾਣੀ ਪੈਨਸ਼ਨ ਯੋਜਨਾ ਕਿਸੇ ਸਰਕਾਰੀ ਮੁਲਾਜ਼ਮ ਵੱਲੋਂ ਆਖਰੀ ਹਾਸਲ ਕੀਤੀ ਤਨਖਾਹ ਦਾ 50% ਬਣਦੀ ਹੁੰਦੀ ਸੀ ਤੇ ਇਹ ਪੈਨਸ਼ਨ ਟੈਕਸਸ਼ੁਦਾ ਨਹੀਂ ਸੀ। ਮਹਿੰਗਾਈ ਵਧਣ ਦੇ ਨਾਲ-ਨਾਲ ਮਹਿੰਗਾਈ ਭੱਤੇ ਵਾਂਗੂ ਇਸ ਵਿੱਚ ਵਾਧਾ ਹੁੰਦਾ ਰਹਿੰਦਾ ਸੀ। ਇਸ ਦੀ ਦੇਣਦਾਰੀ ਪੂਰੀ ਤਰ੍ਹਾਂ ਸਰਕਾਰ ਉੱਪਰ ਹੁੰਦੀ ਸੀ। ਇਸ ਉੱਪਰ ਹੁੰਦੇ ਖਰਚੇ ਨੂੰ ਘਟਾਉਣ ਲਈ ਨਵੀਂ ਪੈਨਸ਼ਨ ਯੋਜਨਾ ਲਿਆਂਦੀ ਗਈ, ਜਿਹੜੀ ਕਿ ਮੁਲਾਜ਼ਮਾਂ ਨੂੰ ਧਿਰ ਬਣਾ ਕੇ ਦਿੱਤੀ ਜਾਂਦੀ ਪੈਨਸ਼ਨ ਹੈ, ਜਿਸ ਵਿੱਚ ਆਪਣੀ ਪੂਰੀ ਮੁਲਾਜ਼ਮਤ ਦੌਰ ਤੇ ਮੁਲਾਜ਼ਮ ਆਪਣੀ ਤਨਖਾਹ ਦਾ ਇੱਕ ਹਿੱਸਾ ਪੈਨਸ਼ਨ ਫੰਡ ਲਈ ਜਮ੍ਹਾਂ ਕਰਵਾਉਂਦੇ ਹਨ ਤੇ ਇੱਕ ਹਿੱਸਾ ਦੂਜੀ ਧਿਰ ਸਰਕਾਰ ਜਾਂ ਕੰਪਨੀ ਜਮ੍ਹਾਂ ਕਰਵਾਉਂਦੀ ਹੈ। ਇਹ ਸਾਰੀ ਰਕਮ ਵੱਖੋ ਵੱਖਰੇ ਢੰਗਾਂ ਰਾਹੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕੀਤੀ ਜਾਂਦੀ ਹੈ ਅਤੇ ਮੁਲਾਜ਼ਮ ਦੀ ਸੇਵਾ ਮੁਕਤੀ ਸਮੇਂ ਜੋ ਨਿਵੇਸ਼ ਕੀਤੇ ਅਸਾਸੇ ਦੀ ਬਾਜ਼ਾਰ ਵਿੱਚ ਕੀਮਤ ਹੁੰਦੀ ਹੈ, ਉਹੀ ਰਕਮ ਦਾ ਮੁਲਾਜ਼ਮ ਹੱਕਦਾਰ ਹੁੰਦਾ ਹੈ। ਇਸ ਕਰਕੇ ਪੁਰਾਣੀ ਸਕੀਮ ਮੁਲਾਜ਼ਮਾਂ ਲਈ ਨਵੀਂ ਸਕੀਮ ਤੋਂ ਬਿਹਤਰ ਸੀ। ਇਸੇ ਕਰਕੇ ਇਸ ਦੀ ਮੁੜ ਬਹਾਲੀ ਦੀ ਮੰਗ ਉੱਠਦੀ ਰਹਿੰਦੀ ਹੈ। ਪੁਰਾਣੀ ਪੈਨਸ਼ਨ ਯੋਜਨਾ ਬੰਦ ਕਰਨ ਦੀ ਕੋਸ਼ਿਸ਼ ਤਾਂ ਵਾਜਪਾਈ ਸਰਕਾਰ ਵੇਲੇ ਹੀ ਸ਼ੁਰੂ ਹੋ ਗਈ ਸੀ, ਪਰ ਲੋਕ ਦਬਾਅ ਕਾਰਨ ਸਰਕਾਰ ਨੂੰ ਇਸ ਨੂੰ ਲਾਗੂ ਨਾ ਕਰ ਸਕੀ। ਮਗਰੋਂ 2004 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਇਸ ਨੂੰ ਅਮਲੀ ਜਾਮਾ ਪਵਾਇਆ। ਕੇਂਦਰ ਵਿੱਚ ਲਾਗੂ ਹੋਣ ਮਗਰੋਂ ਵੱਖੋ ਵੱਖਰੇ ਸੂਬਿਆਂ ਵਿੱਚ ਮੌਜੂਦ ਕਾਂਗਰਸ ਸਰਕਾਰ ਨੇ ਵੀ ਇਸ ਨੂੰ ਲਾਗੂ ਕਰ ਦਿੱਤਾ ਤੇ ਅਗਲੇ 7-8 ਸਾਲਾਂ ਵਿੱਚ ਬੰਗਾਲ ਨੂੰ ਛੱਡ ਕੇ ਤਕਰੀਬਨ ਸਾਰੇ ਸੂਬਿਆਂ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਸੀ। ਪੁਰਾਣੀ ਪੈਨਸ਼ਨ ਯੋਜਨਾ ਖਿਲਾਫ ਇਸ ਵੇਲੇ ਲਿਖੇ ਜਾ ਰਹੇ ਲੇਖਾਂ ਤੇ ਬਿਆਨਾਂ ਵਿੱਚ ਇੱਕੋ ਸਾਂਝੀਦਾਰੀ ਗੱਲ ਹੈ ਕਿ ਕਿਵੇਂ ਇਹ ਯੋਜਨਾ ਸੂਬਿਆਂ ਤੇ ਵਿੱਤ ਲਈ ਬਰਬਾਦੀ ਦਾ ਸਬੱਬ ਬਣੇਗੀ, ਕਿਵੇਂ ਇਹ ਯੋਜਨਾ ਮਾੜੀ ਸਿਆਸਤ ਤੇ ਮਾੜੇ ਅਰਥਸ਼ਾਸਤਰ ਦਾ ਨਤੀਜਾ ਹੈ, ਕਿਵੇਂ ਪੈਨਸ਼ਨ ਸੁਧਾਰਾਂ ਨੂੰ ਮੋੜਵਾਂ ਗੇੜਾ ਦੇਣਾ ਬਿਲਕੁਲ ਗਲਤ ਫੈਸਲਾ ਹੋਵੇਗਾ। ਇਸ ਮਸਲੇ ਬਾਰੇ ਯੋਜਨਾ ਕਮਿਸ਼ਨ ਦੇ ਸਾਬਕਾ ਮੁਖੀ ਮੋਂਟੇਗ ਸਿੰਘ ਆਹਲੂਵਾਲੀਆ ਨੇ 6 ਜਨਵਰੀ ਨੂੰ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਯੋਜਨਾ ਵਿੱਤੀ ਦਿਵਾਲੀਏ ਦਾ ਜ਼ਰੀਆ ਹੈ। ਜ਼ਿਕਰਯੋਗ ਹੈ ਕਿ ਆਹਲੂਵਾਲੀਆ 2004 ਵਿੱਚ ਯੋਜਨਾ ਕਮਿਸ਼ਨ ਦਾ ਉਪ ਚੇਅਰਮੈਨ ਸੀ ਜਦੋਂ ਨਵੀਂ ਪੈਨਸ਼ਨ ਯੋਜਨਾ ਲਾਗੂ ਕੀਤੀ ਗਈ ਸੀ। ਇਸੇ ਤਰ੍ਹਾਂ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ NK ਸਿੰਘ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਯੋਜਨਾ ਵੱਲ ਮੁੜਨਾ ਸੂਬਿਆਂ ਲਈ ਵਿੱਤੀ ਤੌਰ ਤੇ ਘਾਤਕ ਹੋਵੇਗਾ। ਪੁਰਾਣੀ ਪੈਨਸ਼ਨ ਯੋਜਨਾ ਨੂੰ ਖਤਮ ਕਰਦਿਆਂ ਸਮੇਂ ਇਹੀ ਦਲੀਲ ਦਿੱਤੀ ਗਈ ਸੀ ਕਿ ਇਹ ਸਰਕਾਰਾਂ ਤੇ ਵੱਡਾ ਆਰਥਿਕ ਬੋਝ ਹੈ। ਸਿਹਤ ਸਹੂਲਤਾਂ ਦੇ ਸੁਧਾਰ ਨਾਲ ਵਧੀ ਔਸਤ ਉਮਰ ਕਾਰਨ ਸਰਕਾਰਾਂ ਦੀ ਦਲੀਲ ਸੀ ਕਿ ਪੈਨਸ਼ਨ ਦੀ ਲਾਗਤ ਲਗਾਤਾਰ ਵਧ ਰਹੀ ਹੈ, ਪਰ ਸਰਕਾਰਾਂ ਦੀ ਆਮਦਨ ਉਸ ਰੂਪ ਵਿੱਚ ਨਹੀਂ ਵਧ ਰਹੀ। ਇਸ ਕਰਕੇ ਸਭ ਨੂੰ ਪੈਨਸ਼ਨ ਦੇਣੀ ਸੰਭਵ ਨਹੀਂ, ਪਰ ਤੱਥਾਂ ਦੇ ਆਧਾਰ ਤੇ ਪੜਚੋਲੀਏ ਤਾਂ ਇਹ ਦਲੀਲ ਸਹੀ ਸਾਬਤ ਨਹੀਂ ਹੁੰਦੀ ਹੈ। ਪਹਿਲਾਂ ਇੱਕ ਅੰਕੜਾ ਪੇਸ਼ ਕੀਤਾ ਜਾਂਦਾ ਹੈ ਕਿ ਪੁਰਾਣੀ ਪੈਨਸ਼ਨ ਯੋਜਨਾ ਸੂਬਾ ਸਰਕਾਰਾਂ ਦੇ ਬਜਟ ਦਾ 25% ਤੱਕ ਬਣਦਾ ਹੈ, ਜਿਹੜਾ ਕਿਸੇ ਸੂਬੇ ਦੇ ਮਾਮਲੇ ਵਿੱਚ 50% ਤੋਂ ਵੀ ਉੱਪਰ ਚਲਾ ਜਾਂਦਾ ਹੈ, ਪਰ ਇਹ ਗੁੰਮਰਾਹਨ ਅੰਕੜਾ ਹੈ। ਇਹ ਅੰਕੜਾ ਪੇਸ਼ ਕਰਦਿਆਂ ਇਸ ਵਿੱਚ ਸਰਕਾਰ ਦੀ ਆਮਦਨ ਦੇ 3 ਹੋਰ ਹਿੱਸੇ, ਪਹਿਲਾ ਸੂਬਿਆਂ ਦੇ ਹਿੱਸੇ ਦਾ ਕੇਂਦਰ ਸਰਕਾਰ ਵੱਲੋਂ ਇਕੱਠਾ ਜਾਂਦਾ ਟੈਕਸ, ਸੂਬਿਆਂ ਦੀ ਗੈਰ ਟੈਕਸ ਆਮਦਨ ਤੇ ਤੀਜਾ ਗੈਰ ਟੈਕਸ ਗ੍ਰਾਂਟ ਜਿਹੜੀ ਕਿ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਦੇਣੀ ਹੁੰਦੀ ਹੈ, ਸ਼ਾਮਲ ਨਹੀਂ ਕੀਤੇ ਜਾਂਦੇ। ਇਹਨਾਂ ਅੰਕੜਿਆਂ ਨੂੰ ਸ਼ਾਮਲ ਕਰਨ ਤੇ ਅਸੀਂ ਵੇਖਦੇ ਹਾਂ ਕਿ ਪੁਰਾਣੀ ਪੈਨਸ਼ਨ ਯੋਜਨਾ ਦਾ ਹਿੱਸਾ ਬਜਟ ਦੇ ਔਸਤ 25% ਤੋਂ ਘੱਟ ਅੱਧਾ ਹੀ ਰਹਿ ਜਾਂਦਾ ਹੈ। ਜੇ ਕੁੱਲ ਘਰੇਲੂ ਪੈਦਾਵਾਰ ਦੇ ਫੀਸਦ ਵਜੋਂ ਦੇਖੀਏ ਤਾਂ ਸਾਲ 2021-22 ਵਿੱਚ ਕੇਂਦਰ ਸਰਕਾਰ ਦੇ 70 ਲੱਖ ਪੈਨਸ਼ਨਰਾਂ ਦੇ ਕਰੀਬ 2.5 ਲੱਖ ਕਰੋੜ ਰੁਪਇਆ ਖਰਚਿਆ ਗਿਆ। ਸਾਲ 2020-21 ਵਿੱਚ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਮੌਜੂਦਾ ਕੀਮਤਾਂ ਤੇ ਸੀ 197 ਲੱਖ ਕਰੋੜ, ਜਾਣੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਪੈਨਸ਼ਨ ਇਸ ਅੰਕੜੇ ਦਾ ਸਿਰਫ 1.26% ਬਣਦੀ ਹੈ। ਇਟਲੀ ਵਿੱਚ ਇਹ ਹਿੱਸਾ 15% ਤੱਕ ਤੇ ਫਰਾਂਸ ਵਿੱਚ, ਜਰਮਨੀ ਵਿੱਚ 12% ਤੇ ਜਾਪਾਨ ਵਿੱਚ 9% ਤੱਕ ਹੈ। ਜੇ ਇੱਕ ਪਾਸੇ ਮੋਦੀ ਹਕੂਮਤ ਭਾਰਤ ਦੁਨੀਆ ਦੀ 5ਵੀਂ ਵੱਡੀ ਆਰਥਿਕ ਤਾਕਤ ਬਣ ਜਾਣ ਦੀਆਂ ਫੜਾਂ ਮਾਰ ਰਹੀ ਹੈ ਤਾਂ ਆਪਣੇ ਨਾਗਰਿਕ ਨੂੰ ਸਹੂਲਤਾਂ ਦੇਣ ਵਿੱਚ ਇੰਨੀ ਫਾਟੀ ਕਿਉਂ? ਜਿਵੇਂ ਜਿਵੇਂ ਸੂਬਾ ਤੇ ਕੇਂਦਰ ਸਰਕਾਰ ਦੀ ਆਮਦਨ ਵਧੇਗੀ, ਪੈਨਸ਼ਨ ਲਾਗਤ ਦਾ ਹਿੱਸਾ ਹੋਰ ਘਟੇਗਾ।
ਇਸ ਲਈ ਇੱਥੇ ਬੁਨਿਆਦੀ ਸਵਾਲ ਇਹ ਉੱਭਰਦਾ ਹੈ ਕਿ ਸਰਕਾਰਾਂ ਆਪਣੀ ਆਮਦਨ ਵਧਾਉਣ ਦਾ ਨਵਾਂ ਹੀਲਾ ਕਰਨ ਦੀ ਥਾਂ ਪਹਿਲਾਂ ਹੀ ਨਿਗੂਣੀਆਂ ਲੋਕ ਭਲਾਈ ਯੋਜਨਾ ਨੂੰ ਛਾਂਗ ਕਿਉਂ ਰਹੀਆਂ ਹਨ। G20 ਮੁਲਕਾਂ ਦੇ ਸਮੂਹ ਵਿੱਚ ਭਾਰਤ ਟੈਕਸ ਇਕੱਠਾ ਕਰਨ ਦੇ ਮਾਮਲੇ ਵਿੱਚ ਹੇਠਲੇ ਮੁਲਕਾਂ ਵਿੱਚ ਆਉਂਦਾ ਹੈ। ਇਸ ਤੋਂ ਵੀ ਬਦਤਰ ਇਹ ਕਿ ਇਕੱਠਾ ਕੀਤੇ ਜਾਂਦੇ ਟੈਕਸ ਵਿੱਚ ਵੱਡਾ ਹਿੱਸਾ ਸਿੱਧੇ ਟੈਕਸਾਂ ਦਾ ਹੈ, ਜਿਸ ਦਾ ਵਧੇਰੇ ਬੋਝ ਆਮ ਲੋਕਾਂ ਦੇ ਸਿਰ ਪੈਂਦਾ ਹੈ। ਭਾਰਤ ਵਿੱਚ ਵੱਡੇ ਸਰਮਾਏਦਾਰਾਂ 'ਤੇ ਆਮਦਨ ਟੈਕਸ ਬਹੁਤ ਸਾਰੇ ਵਿਕਸਿਤ ਮੁਲਕਾਂ ਮੁਕਾਬਲੇ ਘੱਟ ਹੈ ਤੇ ਦੌਲਤ ਟੈਕਸ ਤਾਂ ਹੈ ਹੀ ਨਹੀਂ। ਜੇ ਭਾਰਤ ਵਿੱਚ 50 ਕਰੋੜ ਰੁਪਏ ਉੱਪਰ ਆਮਦਨ ਵਾਲਿਆਂ ਦੀ ਸਿਰਫ 2% ਦੌਲਤ ਟੈਕਸ ਤੋਂ ਸ਼ੁਰੂ ਕਰਕੇ ਅੱਗੇ 500 ਕਰੋੜ ਤੋਂ ਉੱਪਰ 5%, ਫਿਰ ਸਿਖਰਲੇ ਅਮੀਰਾਂ ਦੇ ਉੱਪਰ 10% ਤੱਕ ਦੌਲਤ ਟੈਕਸ ਲਾਗੂ ਕੀਤਾ ਜਾਵੇ ਤਾਂ ਸਰਕਾਰ ਨੂੰ ਘੱਟੋ ਘੱਟ 9 ਲੱਖ ਕਰੋੜ ਦਾ ਮਾਲੀਆ ਸਾਲਾਨਾ ਇਕੱਠਾ ਹੋ ਸਕਦਾ ਹੈ। ਇਹ ਨਾ ਸਿਰਫ ਮੌਜੂਦਾ ਪੈਨਸ਼ਨ ਯੋਜਨਾ ਲਈ ਲੋੜੀਂਦੇ 2-2.5 ਲੱਖ ਕਰੋੜ ਨੂੰ ਸਮੇਟਦਾ ਹੈ, ਸਗੋਂ ਇਸ ਯੋਜਨਾ ਦਾ ਘੇਰਾ ਬੇਹੱਦ ਵਸੀਹ ਕੀਤਾ ਜਾ ਸਕਦਾ ਹੈ। ਇਸ ਤੋਂ ਉੱਪਰ ਹੋਰ ਲੋਕਾਂ ਭਲਾਈ ਯੋਜਨਾ ਲਈ ਵੀ ਇਸ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਜੇ ਸੂਬਾ ਸਰਕਾਰਾਂ ਦੀ ਆਮਦਨ ਦੇ ਬੋਝ ਦੀ ਗੱਲ ਕਰਨੀ ਹੋਵੇ ਤਾਂ ਇਸ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੇ ਮੌਜੂਦਾ ਅਸਾਮੇ ਸੰਬੰਧਾਂ ਬਿਨਾਂ ਸਮਝਿਆ ਨਹੀਂ ਜਾ ਸਕਦਾ। ਪੁਰਾਣੀ ਪੈਨਸ਼ਨ ਯੋਜਨਾ ਲਾਗੂ ਹੋਣ ਨਾਲ ਸੂਬਾ ਸਰਕਾਰਾਂ ਦੇ ਵਧਣ ਵਾਲੇ ਬੋਝ ਦੀ ਗੱਲ ਕਰਦਿਆਂ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਕੇਂਦਰੀ ਹਕੂਮਤ ਲਗਾਤਾਰ ਸੂਬਿਆਂ ਦੀ ਆਮਦਨ 'ਤੇ ਸੰਦ ਲਾਉਂਦੀ ਆ ਰਹੀ ਹੈ। ਸੂਬਿਆਂ ਨਾਲ ਟੈਕਸ ਆਮਦਨ ਸਾਂਝੀ ਕਰਨ ਤੋਂ ਬਚਣ ਲਈ ਕੇਂਦਰ ਲਗਾਤਾਰ ਸੈਸ ਤੇ ਸਰਚਾਰਜ ਦਾ ਹਿੱਸਾ ਵਧਾਉਂਦਾ ਗਿਆ ਹੈ, ਜਿਹੜਾ ਕਿ ਸੂਬਿਆਂ ਨਾਲ ਸਾਂਝਾ ਕਰਨ ਦੀ ਲੋੜ ਨਹੀਂ। ਸੈਸ ਤੇ ਸਰਚਾਰਜ ਦਾ ਹਿੱਸਾ ਕੇਂਦਰ ਸਰਕਾਰ ਦੀ ਕੁੱਲ ਟੈਕਸ ਆਮਦਨ ਵਿੱਚ 2011-12 ਦੇ 10.4% ਤੋਂ ਲੈ ਕੇ 21-22 ਵਿੱਚ 26.7% ਨੂੰ ਪਹੁੰਚ ਗਿਆ ਹੈ। ਇਹ ਸੂਬਾ ਸਰਕਾਰਾਂ ਦੀ ਆਮਦਨ ਨੂੰ ਲੱਗਿਆ ਵੱਡਾ ਖੋਰਾ ਹੈ। ਦੂਸਰਾ, GST ਪ੍ਰਬੰਧ ਨੇ ਸੂਬਾ ਸਰਕਾਰਾਂ ਦੀ ਆਮਦਨ ਨੂੰ ਹੋਰ ਸੰਨ ਲਾਈ ਤੇ ਕੇਂਦਰ ਸਰਕਾਰ ਵਾਅਦੇ ਤੋਂ ਮੁੱਕਰੇ ਅਕਸਰ ਘਾਟੇ ਦੀ ਭਰਪਾਈ ਕਰਨ ਨੂੰ ਟਾਲਾ ਵੱਢਦੀ ਰਹੀ ਹੈ। ਇਹਨਾਂ ਦੋ ਕਦਮਾਂ ਤੋਂ ਬਿਨਾਂ ਸੂਬਾ ਸਰਕਾਰਾਂ ਦੇ ਵਿੱਤੀ ਵਾਰਾਂ ਖਰਚਣ ਤੇ ਕਾਨੂੰਨੀ ਪਾਬੰਦੀਆਂ, ਜਦਕਿ ਕੇਂਦਰ ਹਕੂਮਤ ਤੇ ਅਜਿਹੀਆਂ ਕੋਈ ਸ਼ਰਤਾਂ ਨਾ ਹੋਣਾ, ਇਹਨਾਂ ਸਭ ਕਦਮਾਂ ਨੇ ਸੂਬਾ ਸਰਕਾਰਾਂ ਦੇ ਵਿੱਤੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਰਾਣੀ ਪੈਨਸ਼ਨ ਯੋਜਨਾ ਦੇ ਵਿਰੋਧੀ ਕੇਂਦਰ ਹਕੂਮਤ ਵੱਲੋਂ ਸੂਬਾ ਸਰਕਾਰਾਂ ਦੇ ਆਰਥਿਕ ਵਸੀਲਿਆਂ ਨੂੰ ਲਗਾਤਾਰ ਲਾਏ ਜਾ ਰਹੇ ਇਸ ਖੋਰੇ ਨੂੰ ਪੂਰੀ ਤਰ੍ਹਾਂ ਚੁੱਪ ਹਨ। ਅਸਲ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਨੂੰ ਬੰਦ ਕਰਕੇ ਨਵੀਂ ਪੈਨਸ਼ਨ ਸਕੀਮ ਚਾਲੂ ਕਰਨ ਭਾਰਤ ਵਿੱਚ ਨਵ ਉਦਾਰਵਾਦੀ ਦੌਰ ਵਿੱਚ ਨੀਤੀਆਂ ਦਾ ਅਹਿਮ ਮੰਗ ਸੀ। ਨਵ ਉਦਾਰਵਾਦ ਦੀ ਨੀਤੀ ਤਹਿਤ ਜਿਵੇਂ ਹੋਰ ਲੋਕ ਭਲਾਈ ਯੋਜਨਾਵਾਂ ਨੂੰ ਛਾਂਗਿਆ ਗਿਆ, ਉਸੇ ਤਰ੍ਹਾਂ ਪੈਨਸ਼ਨ ਦਾ ਮਿਲਦਾ ਥੋੜ੍ਹਾ ਹੱਕ ਵੀ ਖੋਹਿਆ ਗਿਆ, ਕਿਉਂਕਿ ਨਵ ਉਦਾਰਵਾਦੀ ਤਰਕ ਮੁਤਾਬਕ ਪੈਨਸ਼ਨ ਫੰਡਾਂ ਨੂੰ ਵਿਹਲਾ ਰਾਖਵਾਂ ਕਿਉਂ ਰੱਖਿਆ ਜਾਵੇ ਜਦ ਇਹਨਾਂ ਨੂੰ ਮਿਊਚੁਅਲ ਫੰਡਾਂ ਜਾਂ ਹੋਰ ਅਜਿਹੀਆਂ ਯੋਜਨਾਵਾਂ ਰਾਹੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਕੇ ਵੱਡੇ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਇਆ ਜਾ ਸਕਦਾ ਹੈ। ਨਵ ਉਦਾਰਵਾਦੀ ਤਰਕ ਦੇ ਅਨੁਸਾਰ ਹੀ ਪੈਨਸ਼ਨ ਤੇ ਹੋਰ ਲੋਕ ਭਲਾਈ ਸਹੂਲਤਾਂ ਨੂੰ ਸਰਕਾਰ ਦੇ ਬੋਝ ਸਮਝਿਆ ਜਾਂਦਾ ਹੈ, ਨਾ ਕਿ ਸਰਕਾਰ ਦੀ ਜ਼ਿੰਮੇਵਾਰੀ। ਦੂਜੇ ਪਾਸੇ ਵੱਡੇ ਸਰਮਾਏਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਰਿਆਇਤਾਂ ਨੂੰ ਬੋਝ ਦੀ ਥਾਂ ਹਮੇਸ਼ਾ ਪ੍ਰੇਰਕ ਦੱਸਿਆ ਜਾਂਦਾ ਹੈ। ਨਵੀਂ ਪੈਨਸ਼ਨ ਯੋਜਨਾ ਨੂੰ ਮੌਕੇ ਵਜੋਂ ਪ੍ਰਚਾਰਦਿਆਂ ਕਿਹਾ ਗਿਆ ਕਿ ਇਸ ਨਾਲ ਮੁਲਾਜ਼ਮਾਂ ਲਈ ਸ਼ੇਅਰ ਬਾਜ਼ਾਰ ਵਗੈਰਾ ਵਿੱਚ ਨਿਵੇਸ਼ ਕਰਕੇ ਵਧੇਰੇ ਲਾਭ ਕਮਾਇਆ ਜਾ ਸਕਦਾ ਹੈ, ਪਰ ਅਮਲੀ ਤੌਰ 'ਤੇ ਵੇਖੀਏ ਤਾਂ ਇਸ ਦਾਅਵੇ ਵਿੱਚ ਕੋਈ ਸੱਚਾਈ ਨਹੀਂ। ਜਦੋਂ ਨਵੀਂ ਪੈਨਸ਼ਨ ਯੋਜਨਾ ਤਹਿਤ ਮੁਲਾਜ਼ਮਾਂ ਨੂੰ ਪੈਨਸ਼ਨ ਮਿਲਣ ਲੱਗੀ ਤਾਂ ਉਹਨਾਂ ਖੁਦ ਨੂੰ ਠੱਗਿਆ ਮਹਿਸੂਸ ਕੀਤਾ, ਜਿਸ ਕਾਰਨ 2010 ਤੋਂ ਇਸ ਖਿਲਾਫ ਸੰਘਰਸ਼ ਤਿੱਖਾ ਹੋਇਆ ਹੈ। ਅਮਲੀ ਤੌਰ 'ਤੇ ਇਹੀ ਦੇਖਿਆ ਗਿਆ ਹੈ ਕਿ ਨਵੀਂ ਪੈਨਸ਼ਨ ਯੋਜਨਾ ਦੇ ਸਾਰੇ ਦਾਅਵਿਆਂ ਦੇ ਉਲਟ ਇਸ ਤਹਿਤ ਮਿਲਣ ਵਾਲੀ ਪੈਨਸ਼ਨ ਦੀ ਰਕਮ ਪੁਰਾਣੀ ਯੋਜਨਾ ਤਹਿਤ ਬਣਦੀ ਰਕਮ ਤੋਂ ਕਾਫੀ ਘੱਟ ਹੁੰਦੀ ਹੈ। ਨਾਲੇ ਜੇ ਕੱਲ੍ਹ ਨੂੰ ਸ਼ੇਅਰ ਬਾਜ਼ਾਰ ਡੁੱਬਣ ਦੀ ਸੂਰਤ ਵਿੱਚ ਸਾਰੇ ਪੈਨਸ਼ਨ ਫੰਡ ਡੁੱਬ ਜਾਣ ਤਾਂ ਇਸ ਦੀ ਭਰਪਾਈ ਕੌਣ ਕਰੇਗਾ? OECD ਦੀ ਰਿਪੋਰਟ ਮੁਤਾਬਕ ਜਦੋਂ 2007-08 ਦਾ ਵਿੱਤੀ ਸੰਕਟ ਪੱਛਮ ਵਿੱਚ ਆਇਆ ਤਾਂ ਵਿਕਸਿਤ ਮੁਲਕਾਂ ਵਿੱਚ ਕੁੱਲ $5 ਖਰਬ ਦੇ ਨਿੱਜੀ ਫੰਡ ਜੋ ਹੈ ਬਰਬਾਦ ਹੋ ਗਏ, ਜਿਨ੍ਹਾਂ ਦੀ ਕਿਸੇ ਕੰਪਨੀ ਨੇ ਮੁੜ ਭਰਪਾਈ ਨਹੀਂ ਕੀਤੀ। ਮੁਲਾਜ਼ਮਾਂ ਦੀਆਂ ਉਮਰਾਂ ਦੀ ਕਮਾਈ ਇੱਕੋ ਝਟਕੇ ਵਿੱਚ ਖਤਮ ਹੋ ਗਈ ਸੀ। ਅਸਲ ਵਿੱਚ ਕਿਸੇ ਰਾਜ ਦਾ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਮਾਜਿਕ ਸਹੂਲਤਾਂ ਦਾ ਸਵਾਲ ਰਾਜ ਆਪਣੇ ਨਾਗਰਿਕਾਂ ਨਾਲ ਸੰਬੰਧ ਦਾ ਸਵਾਲ ਹੈ। ਆਧੁਨਿਕ ਰਾਜ ਵਿੱਚ ਕਥਨੀ ਤੌਰ 'ਤੇ ਹੀ ਸਹੀ ਨਾਗਰਿਕਾਂ ਨੂੰ ਸਮਾਜ ਦੇ ਬਰਾਬਰ ਹਿੱਸੇਦਾਰ ਮੰਨਿਆ ਜਾਂਦਾ ਹੈ, ਨਾ ਕਿ ਕੋਈ ਮਾਨਹਿਤ ਅੰਗ। ਇਸੇ ਕਰਕੇ ਇਹ ਰਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸੇਵਾ ਮੁਕਤੀ ਮਗਰੋਂ ਵੀ ਉਹਨਾਂ ਦੀ ਬੁਨਿਆਦੀ ਲੋੜਾਂ ਦਾ ਖਿਆਲ ਰੱਖੇ। ਪਰ ਮੌਜੂਦਾ ਸਰਮਾਏਦਾਰਾਂ ਰਾਜ ਵਿੱਚ ਨਾਗਰਿਕਾਂ ਨੂੰ ਆਪਣੇ ਬੁਨਿਆਦੀ ਹੱਕ ਲਾਗੂ ਕਰਵਾਉਣ ਲਈ ਲੰਬਾ ਸੰਘਰਸ਼ ਕਰਨਾ ਪਿਆ
ਪੈਨਸ਼ਨ ਸਣੇ ਹੋਰ ਸਮਾਜਿਕ ਸਹੂਲਤਾਂ 19ਵੀਂ ਸਦੀ ਵਿੱਚ ਤੇ ਅੰਤ ਤੋਂ ਹੀ ਦੁਨੀਆ ਭਰ ਦੇ ਵਿੱਚ ਟਰੇਡ ਯੂਨੀਅਨਾਂ ਦੇ ਸੰਘਰਸ਼ ਦਾ ਅਹਿਮ ਹਿੱਸਾ ਰਹੀਆਂ ਹਨ ਤੇ ਇਹ ਇਨਕਲਾਬੀ ਸੰਘਰਸ਼ਾਂ ਦੇ ਦਬਾਅ ਹੇਠ ਹੀ ਸਭ ਤੋਂ ਪਹਿਲੀ ਵਾਰੀ ਪੈਨਸ਼ਨ ਯੋਜਨਾ 1880 ਵਿੱਚ ਜਰਮਨੀ ਵਿੱਚ ਲਾਗੂ ਕੀਤੀ ਗਈ, ਜਿਸ ਮਗਰੋਂ ਹੋਰ ਇੱਕਾ ਦੁੱਕਾ ਮੁਲਕਾਂ ਵਿੱਚ ਇਸ ਨੂੰ ਲਾਗੂ ਕੀਤਾ ਗਿਆ। ਪਰ ਪੱਛਮ ਵਿੱਚ ਪੈਨਸ਼ਨ ਪ੍ਰਾਪਤੀ ਤੇ ਹੋਰ ਸਮਾਜਿਕ ਸਹੂਲਤਾਂ ਦੀ ਲਹਿਰ ਨੂੰ ਵੱਡੀ ਜੜ੍ਹ ਮਿਲੀ। ਸਮਾਜਵਾਦੀ ਸੋਵੀਅਤ ਯੂਨੀਅਨ ਵਿੱਚ ਲਾਗੂ ਹੋਈ ਸਰਵ ਵਿਆਪੀ ਪੈਨਸ਼ਨ ਨਾਲ ਜਦੋਂ ਸਮਾਜਵਾਦੀ ਹਕੂਮਤ ਨੇ ਆਪਣੇ ਪਹਿਲੇ ਸ਼ੁਰੂਆਤੀ ਦੌਰ ਵਿੱਚ ਅਪੰਗਤਾ ਤੇ ਪਰਿਵਾਰ ਦੇ ਮੁੱਖ ਕਮਾਊ ਜੀਅ ਦੇ ਮਾਰੇ ਜਾਣ ਦੀ ਸੂਰਤ ਵਿੱਚ ਪੈਨਸ਼ਨ ਲਾਗੂ ਕੀਤੀ ਤੇ ਮਗਰੋਂ 1930 ਵਿੱਚ ਸਰਵ ਵਿਆਪੀ ਤੌਰ ਤੇ ਸਭ ਰੁਜ਼ਗਾਰ ਯਾਫਤਾ ਲੋਕਾਂ ਨੂੰ ਹਰ ਤਰ੍ਹਾਂ ਦੀ ਪੈਨਸ਼ਨ ਸ਼ੁਰੂ ਕੀਤੀ ਗਈ ਤੇ ਇਸ ਨੂੰ 1936 ਦੇ ਸੰਵਿਧਾਨ ਦੀ ਧਾਰਾ 120 ਵਿੱਚ ਦਰਜ ਕਰਕੇ ਕਾਨੂੰਨੀ ਰੂਪ ਦਿੱਤਾ ਗਿਆ। ਕਹਿਣ ਦਾ ਭਾਵ ਪੈਨਸ਼ਨ ਹੱਕ ਕਦੇ ਵੀ ਇੱਕ ਰਾਜ ਵੱਲੋਂ ਉਸਦੇ ਸ਼ਹਿਰੀਆਂ ਨੂੰ ਪਾਈ ਖੈਰਾਤ ਵਜੋਂ ਨਹੀਂ ਚਿਤਵੇ ਗਏ, ਸਗੋਂ ਇਹਨਾਂ ਨੂੰ ਨਾਗਰਿਕਾਂ ਦੇ ਬੁਨਿਆਦੀ ਹੱਕ ਮੰਨਿਆ ਗਿਆ ਹੈ ਤੇ ਇਸੇ ਬੁਨਿਆਦ ਤੇ ਪੁਰਾਣੀ ਜਾਂ ਨਵੀਂ ਪੈਨਸ਼ਨ ਯੋਜਨਾ ਨਾਲੋਂ ਅਹਿਮ ਸਵਾਲ ਇਹ ਹੈ ਕਿ ਨਾਗਰਿਕਾਂ ਦੇ ਇਸ ਬੁਨਿਆਦੀ ਹੱਕ ਨੂੰ ਹੁਣ ਤੱਕ ਸਿਰਫ ਥੋੜ੍ਹੇ ਜਿਹੇ ਮੁਲਾਜ਼ਮਾਂ ਦੇ ਘੇਰੇ ਵਿੱਚ ਹੀ ਕਿਉਂ ਸੀਮਤ ਰੱਖਿਆ ਗਿਆ। ਸਵਾਲ ਇਹ ਉੱਠਣਾ ਚਾਹੀਦਾ ਹੈ ਕਿ ਪੱਕੀ ਪੈਨਸ਼ਨ ਦੇ ਘੇਰੇ ਵਿੱਚ ਅੱਜ ਬਹੁ ਗਿਣਤੀ ਬਣ ਚੁੱਕੇ ਗੈਰ ਜਥੇਬੰਦ ਗੈਰ ਸਰਕਾਰੀ ਖੇਤਰ ਦੇ ਮਜ਼ਦੂਰ ਮੁਲਾਜ਼ਮਾਂ ਤੱਕ ਕਿਵੇਂ ਵਿਸਾਰਿਆ ਜਾਵੇ। ਇਸ ਲਈ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਦਾ ਸੰਘਰਸ਼ ਪੈਨਸ਼ਨ ਤੇ ਹੋਰਾਂ ਲੋਕ ਭਲਾਈ ਸਹੂਲਤਾਂ ਦਾ ਵਿਸਥਾਰਨ ਤੇ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਇਹ ਭਾਰਤ ਦੇ ਸਰਮਾਏਦਾਰਾਂ ਰਾਜ ਵੱਲੋਂ ਅਪਣਾਈਆਂ ਜਾ ਰਹੀਆਂ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਹੈ। ਇਹ ਮਜ਼ਦੂਰਾਂ ਮੁਲਾਜ਼ਮਾਂ ਦਾ ਖੁਦ ਨੂੰ ਸਨਮਾਨਯੋਗ ਨਾਗਰਿਕ ਵਜੋਂ ਜਿਤਾਉਣ ਦਾ ਸੰਘਰਸ਼ ਹੈ। ਸੋ ਦੋਸਤੋ, ਅਗਰ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰਿਆਂ ਨਾਲ ਸ਼ੇਅਰ ਕਰਨਾ ਅਤੇ ਦੋਸਤੋ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਮੈਨੂੰ ਉਮੀਦ ਹੈ ਕਿ ਆਪ ਨੂੰ ਸਾਰੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਏਗੀ। ਸੋ ਦੋਸਤੋ, ਇਸ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।